प्यारे किसान वीरो प्रोग्राम मेरा पिंड मेरे खेत ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਵੱਖ-ਵੱਖ ਪਿੰਡਾਂ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਵੱਲੋਂ ਲਗਾਏ ਜਾਂਦੇ ਖੇਤ ਸਕੂਲ ਦਿਖਾਉਂਦੇ ਹਾਂ। ਉਸੇ ਲੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਬਲਾਕ ਤੇ ਪਿੰਡ ਹੈ ਸਹਿਣਾ। ਉੱਥੇ ਫਸਲੀ ਵਿਭਿੰਨਤਾ ਦੇ ਉੱਤੇ ਖੇਤ ਸਕੂਲ ਸਾਡੇ ਵਿਭਾਗ ਨੇ ਲਗਾਇਆ ਹੋਇਆ। ਅੱਜ ਸਾਡੇ ਵਿਚਕਾਰ ਇੱਥੇ ਉਸੇ ਖੇਤ ਦੇ ਵਿੱਚ ਮੌਜੂਦ ਨੇ ਜ਼ਿਲ੍ਹਾ ਬਰਨਾਲਾ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਬਲਬੀਰ ਚੰਦ ਜੀ। ਉਹਨਾਂ ਦੇ ਨਾਲ ਉਹਨਾਂ ਦਾ ਸਾਰਾ ਸਟਾਫ ਇਸ ਖੇਤ ਸਕੂਲ ਦੇ ਵਿੱਚ ਮੌਜੂਦ ਹੈ ਤੇ ਨਾਲ ਹੀ ਇਸ ਪਿੰਡ ਦੇ ਬਹੁਤ ਹੀ ਮਿਹਨਤੀ ਕਿਸਾਨ ਮੌਜੂਦ ਨੇ। ਖੇਤ ਸਕੂਲ ਲੱਗਿਆ ਹੋਇਆ, ਕਿਸਾਨਾਂ ਦੇ ਮਨ ਦੇ ਵਿੱਚ ਸਵਾਲ ਨੇ ਉਹ ਮਾਹਰਾਂ ਦੇ ਨਾਲ ਕਰ ਰਹੇ ਨੇ ਤੇ ਮਾਹਰ ਉਹਦਾ ਬਾਖੂਬੀ ਜਵਾਬ ਦੇ ਰਹੇ ਨੇ। ਆਪਾਂ ਇਹ ਸਕੂਲ ਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਬਲਬੀਰ ਚੰਦ ਜੀ ਨਾਲ ਗੱਲ ਕਰਦੇ ਹਾਂ ਕਿ ਸੰਯੁਕਤ ਖੇਤੀ ਪ੍ਰਣਾਲੀ ਦੇ ਉੱਤੇ ਉਹਨਾਂ ਨੇ ਇਹ ਜਿਹੜਾ ਖੇਤ ਸਕੂਲ ਅੱਜ ਲਗਾਇਆ ਹੋਇਆ ਫਸਲੀ ਵਿਭਿੰਨਤਾ ਦੇ ਵਿੱਚ ਇਹ ਬਹੁਤ ਵਧੀਆ ਫਿੱਟ ਬੈਠਦਾ। ਸੋ ਕੀ ਕਹਿਣਾ ਚਾਹੁੰਦੇ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਬਲਬੀਰ ਚੰਦ ਜੀ। ਚੌਹਾਨ ਸਾਹਿਬ ਫਸਲੀ ਵਿਭਿੰਨਤਾ ਵਾਸਤੇ ਸਮੇਂ ਦੀ ਲੋੜ ਆ ਜੀ, ਕਿਉਂਕਿ ਇੱਕੋ ਜਿਹੜਾ ਫਸਲੀ ਚੱਕਰ ਹੈਗਾ ਉਹਦੇ ਨਾਲ ਜਿਹੜੇ ਸਾਡੇ ਕੁਦਰਤੀ ਵਸੀਲੇ ਆ ਉਹਨਾਂ ਨੂੰ ਵੀ ਖੋਰਾ ਲੱਗਦਾ। ਇਸ ਕਰਕੇ ਸਾਡੇ ਕੁਦਰਤੀ ਵਸੀਲਿਆਂ ਨੂੰ ਬਚਾਉਣ ਵਾਸਤੇ ਸਾਡੀ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਆ ਉਹਨੂੰ ਵਧਾਉਣ ਵਾਸਤੇ ਜਿਹੜਾ ਫਸਲੀ ਚੱਕਰ ਆ ਉਹਨੂੰ ਅਪਣਾਉਣਾ ਬਹੁਤ ਜ਼ਰੂਰੀ ਆ। ਬਰਨਾਲਾ ਜ਼ਿਲ੍ਹੇ ਦੇ ਵਿੱਚ ਕਾਫੀ ਸਕੋਪ ਆ ਕਿ ਅਸੀਂ ਜੋ ਕਣਕ ਤੇ ਝੋਨੇ ਦਾ ਫਸਲੀ ਚੱਕਰ ਹੈਗਾ ਇਹਦੇ ਵਿੱਚ ਤਬਦੀਲੀ ਅਸੀਂ ਲਿਆ ਸਕਦੇ ਹਾਂ। ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਕਣਕ ਤੇ ਝੋਨੇ ਦੇ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਕੁਦਰਤੀ ਸੋਮਿਆਂ ਨੂੰ ਅਸੀਂ ਬਚਾ ਸਕਦੇ ਹਾਂ। ਥੋੜ੍ਹਾ ਜਿਹਾ ਸਾਨੂੰ ਇਹ ਦੱਸ ਦਿਓ ਕਿ ਕਿਹੜੀਆਂ-ਕਿਹੜੀਆਂ ਫਸਲਾਂ ਇਸ ਜ਼ਿਲ੍ਹੇ ਦੇ ਵਿੱਚ ਹੁੰਦੀਆਂ ਨੇ ਕਣਕ ਤੇ ਝੋਨੇ ਤੋਂ ਇਲਾਵਾ। ਅਸੀਂ ਜੇ ਰਬੀ ਦੀ ਗੱਲ ਕਰੀਏ ਉਹਦੇ ਵਿੱਚ ਅਸੀਂ ਸਰੋਂ ਦੀ ਜਿਹੜੀ ਬਿਜਾਈ ਹੈਗੀ ਆ ਕਣਕ ਦੀ ਜਗ੍ਹਾ 'ਤੇ ਕਰ ਸਕਦੇ ਹਾਂ, ਮਟਰਾਂ ਦੀ ਬਿਜਾਈ ਕਰ ਸਕਦੇ ਹਾਂ, ਹੋਰ ਜਿਹੜੀਆਂ ਵੈਜੀਟੇਬਲ ਸਬਜ਼ੀਆਂ ਹੈਗੀਆਂ ਉਹਨਾਂ ਦੀ ਬਿਜਾਈ ਕਰ ਸਕਦੇ ਹਾਂ। ਇੱਦਾਂ ਹੀ ਜੇ ਆਪਾਂ ਸਾਉਣੀ ਦੀ ਗੱਲ ਕਰੀਏ ਤਾਂ ਸਾਉਣੀ ਵਿੱਚ ਝੋਨੇ ਥੱਲੇੋਂ ਏਰੀਆ ਕੱਢ ਕੇ ਅਸੀਂ ਮੱਕੀ ਥੱਲੇ ਲੈ ਕੇ ਆ ਸਕਦੇ ਹਾਂ, ਨਰਮੇ ਥੱਲੇ ਲੈ ਕੇ ਸਕਦੇ ਹਾਂ ਅਤੇ ਬਾਸਮਤੀ ਥੱਲੇ ਵੀ ਲਿਆਂਦਾ ਜਾ ਸਕਦਾ। ਬਹੁਤ ਅੱਛੀ ਗੱਲ ਹੈ ਜੀ। ਬਾਸਮਤੀ ਥੱਲੇ ਰਕਬਾ ਲਿਆਂਦਾ ਜਾ ਸਕਦਾ ਜੇ ਅਸੀਂ ਫਸਲੀ ਵਿਭਿੰਨਤਾ ਲਿਆਉਣੀ ਆ, ਅਤੇ ਨਰਮੇ ਕਪਾਹ ਦੇ ਥੱਲੇ ਲਿਆਂਦਾ ਜਾ ਸਕਦਾ ਸੀ ਹੁਣ ਤੋਂ ਪਹਿਲਾਂ। ਅਤੇ ਇਸ ਦੇ ਨਾਲ ਹੀ ਦੇਖੋ ਸਿੱਧੀ ਬਿਜਾਈ ਵੀ ਡਾਕਟਰ ਸਾਹਿਬ ਮੈਨੂੰ ਇੱਦਾਂ ਲੱਗਦਾ ਝੋਨੇ ਦੀ ਵੀ ਆਪਾਂ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਹੀ ਫਸਲੀ ਵਿਭਿੰਨਤਾ ਲਿਆਉਣੀ ਚਾਹੁੰਦੇ ਹਾਂ। ਮੈਨੂੰ ਲੱਗਦਾ ਸਿੱਧੀ ਬਿਜਾਈ ਵੀ ਉਹਦੇ ਵਿੱਚ ਹੀ ਫਿੱਟ ਹੋਊਗੀ। ਕੀ ਕਹਿਣਾ ਚਾਹੋਗੇ? ਬਿਲਕੁਲ ਸਿੱਧੀ ਬਿਜਾਈ ਵੀ ਜਿਹੜੀ ਹੈਗੀ ਆ ਉਹਦੇ ਨਾਲ ਵੀ ਸਾਡੇ ਪਾਣੀ ਦੀ ਬਚਤ ਹੁੰਦੀ ਆ। ਸਾਡੀ ਜਿਹੜੀ ਪਾਣੀ ਉਹ ਰੀਚਾਰਜ ਪਾਣੀ ਦਾ ਜ਼ਿਆਦਾ ਹੁੰਦਾ। ਇਸ ਕਰਕੇ ਜਿਹੜੀ ਸਿੱਧੀ ਬਿਜਾਈ ਆ ਇਹਨੂੰ ਵੀ ਆਪਾਂ ਇੱਕ ਫਸਲੀ ਵਿਭਿੰਨਤਾ ਨੂੰ ਟੱਚ ਕਰਦੀ ਆ ਜੀ ਇਹ। ਬਿਲਕੁਲ ਜੀ, ਉਹ ਬਹੁਤ ਅੱਛੀ ਗੱਲ ਹੈ ਕਿ ਦੇਖੋ ਬਰਨਾਲਾ ਜ਼ਿਲ੍ਹੇ ਦੇ ਵਿੱਚ ਪਹਿਲ ਕਦਮੀ ਕਰਕੇ ਖੇਤੀਬਾੜੀ ਵਿਭਾਗ ਫਸਲੀ ਵਿਭਿੰਨਤਾ ਲਿਆ ਰਿਹਾ। ਸੰਯੁਕਤ ਖੇਤੀ ਪ੍ਰਣਾਲੀ ਜਿਹੜਾ ਇੱਥੇ ਇਹਨਾਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਕੀਤਾ ਹੋਇਆ ਕਾਫੀ ਵਧੀਆ ਲੱਗ ਰਿਹਾ ਕਿਸਾਨ ਵੀਰਾਂ ਨੂੰ ਦੇਖ ਕੇ। ਸੋ ਨਾਲ ਹੀ ਖੜੇ ਨੇ ਮੇਰੇ ਡਾਕਟਰ ਗੁਰਚਰਨ ਸਿੰਘ ਜੀ, ਬਲਾਕ ਖੇਤੀਬਾੜੀ ਅਫਸਰ ਨੇ ਸਹਿਣਾ ਦੇ। ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਇਹੋ ਜਿਹਾ ਜਿਹੜਾ ਫੀਲਡ ਸਕੂਲ ਆ ਇਹਨਾਂ ਨੇ ਕਦੋਂ ਤੋਂ ਸ਼ੁਰੂ ਕੀਤਾ, ਕੀ ਇੱਥੇ ਕਰਦੇ ਆ ਆਏ ਹਫ਼ਤੇ ਇਹ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇੱਥੇ ਜਿਹੜਾ ਸਕੂਲ ਆ ਮਾਰਚ ਤੋਂ ਅਸੀਂ ਸ਼ੁਰੂ ਕੀਤਾ ਆਤਮਾ ਸਕੀਮ ਦੇ ਤਹਿਤ। ਅਤੇ ਤਕਰੀਬਨ ਜਦੋਂ ਕਿਸਾਨ ਸਾਨੂੰ ਮਤਲਬ ਇੱਥੇ ਫੋਨ ਕਰਦੇ ਆ ਜਾਂ ਹੋਰ ਜਦੋਂ ਸਮੇਂ-ਸਮੇਂ 'ਤੇ ਅਸੀਂ ਇੱਥੇ ਆਉਂਦੇ ਰਹਿੰਦੇ ਹਾਂ। ਅਤੇ ਜਿਹੜੀਆਂ ਜਿਵੇਂ ਫਸਲਾਂ ਤੁਸੀਂ ਦੇਖੀਆਂ ਕਿ ਜਿਵੇਂ ਆਪਣੇ ਮਿਰਚ ਬੀਜੀ ਹੈ, ਸਬਜ਼ੀਆਂ ਬੀਜੀਆਂ ਹੋਈਆਂ, ਇਹਨਾਂ 'ਤੇ ਜਿਹੜੀ ਵੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹ ਅਸੀਂ ਉਹਦਾ ਤੁਰੰਤ ਹੱਲ ਕਰਾਉਂਦੇ ਹੈਗੇ। ਅਤੇ ਕੁਛ ਮਤਲਬ ਸਬਜ਼ੀਆਂ ਤੋਂ ਇਲਾਵਾ ਮੂੰਗੀ ਬੀਜੀ ਹੈ, ਮੱਕੀ ਬੀਜੀ ਹੈ। ਅਤੇ ਜਿਸ ਕਰਕੇ ਸਾਡਾ ਮਤਲਬ ਐਤੀ ਬਲਾਕ ਆਪਣਾ ਜ਼ਿਲ੍ਹਾ ਬਰਨਾਲੇ ਦੀ ਪੂਰੀ ਕੋਸ਼ਿਸ਼ ਹੈ ਵੀ ਜਿਹੜਾ ਪਾਣੀ ਦਾ ਲੈਵਲ ਆ ਉਹ ਕਿਵੇਂ ਨਾ ਕਿਵੇਂ ਉੱਪਰ ਆ ਜਾਵੇ ਜੀ। ਸੋ ਬਲਾਕ ਖੇਤੀਬਾੜੀ ਅਫਸਰ ਦੇ ਨਾਲ ਹੀ ਇਸ ਬਲਾਕ ਦੇ ਖੇਤੀਬਾੜੀ ਵਿਕਾਸ ਅਫਸਰ ਵੀ ਮੌਜੂਦ ਨੇ। ਆਪਾਂ ਉਹਨਾਂ ਨਾਲ ਵੀ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ। ਤੁਹਾਡਾ ਨਾਮ ਦੱਸ ਦਿਓ ਜੀ। ਜਸਵਿੰਦਰ ਸਿੰਘ ਜੀ। ਜਿਹੜਾ ਇਹ ਸੰਯੁਕਤ ਖੇਤੀ ਪ੍ਰਣਾਲੀ ਤੁਸੀਂ ਇੱਥੇ ਸਹਿਣੇ ਦੇ ਵਿੱਚ ਪਿੰਡ ਦੇ ਵਿੱਚ ਲਗਾਇਆ ਹੋਇਆ, ਇਹਦੇ ਸੰਬੰਧੀ ਬਾਕੀ ਕਿਸਾਨ ਵੀਰਾਂ ਨੂੰ ਵੀ ਜਾਗਰੂਕ ਕਰਦੇ ਹੋ? ਇਹੋ ਜਿਹੇ ਕਿੰਨੇ ਸਕੂਲ ਤੁਸੀਂ ਲਗਾਏ ਹੋਏ ਆ? ਦੇਖੋ ਜੀ, ਜਿਹੜਾ ਆਤਮਾ ਸਕੀਮ ਦੇ ਅਧੀਨ ਜੋ ਫਾਰਮ ਫੀਲਡ ਸਕੂਲ ਨੇ ਉਹ ਜਿਸ ਤਰ੍ਹਾਂ ਦਾ ਵੀ ਟੀਚਾ ਆਉਂਦਾ ਕਿ ਸਾਲ ਦੇ ਵਿੱਚ ਅਸੀਂ ਘੱਟੋ ਘੱਟ 3 ਪਿੰਡ ਅਡਾਪਟ ਕਰਕੇ ਉੱਥੇ ਸਮੇਂ-ਸਮੇਂ 'ਤੇ ਕਲਾਸਾਂ ਲਗਾਉਣੇ ਆ। ਉਸ ਤੋਂ ਇਲਾਵਾ ਵੀ ਬਿਨਾਂ ਕਿਸੇ ਸਕੀਮ ਤੋਂ ਵੀ ਜਦੋਂ ਵੀ ਕੋਈ ਸਮੇਂ-ਸਮੇਂ ਸਿਰ ਫਸਲੀ ਚੱਕਰ ਦੇ ਹਿਸਾਬ ਦੇ ਨਾਲ ਜ਼ਰੂਰਤ ਹੁੰਦੀ ਹੈ ਕਿਸਾਨ ਵੀਰਾਂ ਨੂੰ, ਸਮੇਂ-ਸਮੇਂ 'ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ਡਿਊਲ ਬਣਾ ਕੇ ਉਹਨਾਂ ਨੂੰ ਜਾਣਕਾਰੀ ਦਿੰਦੇ ਹਾਂ। ਜਿਸ ਤਰ੍ਹਾਂ ਕਿ ਇਸ ਸਮੇਂ ਆਪਾਂ ਦੇਖ ਰਹੇ ਹਾਂ, ਤੁਸੀਂ ਦੇਖਿਆ ਹੋਵੇਗਾ ਆਉਂਦੇ ਜਾਂਦੇ ਕਿ
ਸੈਣਾ ਬਲਾਕ ਦੇ ਵਿੱਚ ਇਸ ਵਾਰ ਮੂੰਗੀ ਹੈ ਤਾਂ ਗਰਮੀ ਰੁੱਤ ਦੀ ਮੂੰਗੀ, ਗਰਮੀ ਰੁੱਤ ਦੀ ਮੱਕੀ, ਉਸ ਤੋਂ ਬਾਅਦ ਇਸ ਹੁਣ DSR ਦਾ ਸਿੱਧੇ ਬੀਜੇ ਝੋਨੇ ਦੀ ਬਿਜਾਨ ਚੱਲ ਰਹੀ ਹੈ, ਉਹਦੇ ਵਿੱਚ ਰਕਬਾ ਵੱਧ ਰਿਹਾ। ਜਿਵੇਂ ਤੁਸੀਂ ਜਾਣਦੇ ਹੋ ਕਿ ਖੇਤੀਬਾੜੀ ਵਿਭਾਗ ਪਹਿਲਾਂ ਤੋਂ ਹੀ ਜੋ ਫਸਲੀ ਵਿਭਿੰਨਤਾ ਉਹਦੇ ਵੱਲ ਕੋਸ਼ਿਸ਼ ਕਰਦਾ ਰਿਹਾ, ਪਰ ਇਸ ਵਾਰ ਕਿਉਂਕਿ ਅੰਤਰਰਾਸ਼ਟਰੀ ਮੰਡੀਆਂ ਦੇ ਵਿੱਚ ਦਾਲਾਂ ਦੀ ਅਤੇ ਤੇਲ ਬੀਜ ਫਸਲਾਂ ਦੇ ਵਧੀਆ ਰੇਟ ਹੋਣ ਦੇ ਕਰਕੇ ਕਿਸਾਨ ਵੀਰਾਂ ਨੇ ਇਸ ਚੀਜ਼ ਨੂੰ ਹੁੰਗਾਰਾ ਦਿੱਤਾ ਅਤੇ ਸਾਨੂੰ ਉਮੀਦ ਆ ਕਿ ਪੰਜਾਬ ਸਰਕਾਰ ਨੇ ਵੀ ਜੋ ਉਦਮ ਕੀਤਾ ਮੂੰਗੀ ਦੀ ਫਸਲ ਦੀ ਪੱਕੀ ਖਰੀਦ ਦਾ ਅਤੇ ਬਾਸਮਤੀ ਦਾ, ਉਹਦੇ ਨਾਲ ਪੰਜਾਬ ਦਾ ਅਸੀਂ ਪਾਣੀ ਵੀ ਬਚਾ ਸਕਾਂਗੇ ਅਤੇ ਕਿਸਾਨ ਵੀਰਾਂ ਨੂੰ ਵੀ ਜੋ ਅੱਜ ਕੱਲ੍ਹ ਉਹਨਾਂ ਦੇ ਖਰਚੇ ਵੱਧ ਰਹੇ ਨੇ, ਆਮਦਨ ਘਟ ਰਹੀ ਹੈ, ਉਹਦੇ ਵਿੱਚ ਫਾਇਦਾ ਹੋਵੇਗਾ। ਬਹੁਤ ਅੱਛੀ ਗੱਲ ਹੈ ਕਿ ਫਸਲੀ ਵਿਭਿੰਨਤਾ ਦੇ ਤਹਿਤ ਮੂੰਗੀ ਵੀ ਲਗਾਈ ਹੈ, ਕਾਫੀ ਕੁਝ ਲਗਾਇਆ। ਡਾਕਟਰ ਸਾਹਿਬ ਨੇ ਦੱਸਿਆ ਕਿ ਸਕੀਮਾਂ ਚੱਲਦੀਆਂ ਰਹਿੰਦੀਆਂ ਨੇ ਵਿਭਾਗ ਦੇ ਕੋਲ, ਅਤੇ ਇਹ ਸਕੀਮਾਂ ਦੇ ਤਹਿਤ ਸਕੂਲ ਆ ਜਿਹੜੇ ਫੀਲਡ ਸਕੂਲ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਹਰ ਸਾਲ ਲੱਗਦੇ ਰਹਿੰਦੇ ਆ। ਸੋ ਹੁਣ ਆਪਾਂ ਚੱਲਦੇ ਹਾਂ ਸਾਡੇ ਇਸੇ ਪਿੰਡ ਦੇ ਕਾਫੀ ਵਧੀਆ ਕਿਸਾਨ ਵੀਰ ਜਿਹੜੇ ਚੰਗੀ ਖੇਤੀ ਕਰਦੇ ਆ ਸਾਡੇ ਨਾਲ ਮੌਜੂਦ ਨੇ, ਮਹਿਕਮੇ ਦੇ ਨਾਲ ਅਧਿਕਾਰੀਆਂ ਦੇ ਨਾਲ ਖੜੇ ਨੇ। ਆਪਾਂ ਇਹਨਾਂ ਤੋਂ ਪੁੱਛਣਾ ਕਿ ਇਹਨਾਂ ਦੀ ਕੋਈ ਸਮੱਸਿਆ ਇਸ ਫਸਲੀ ਵਿਭਿੰਨਤਾ ਦੇ ਤਹਿਤ ਕੋਈ ਇਹਨਾਂ ਨੂੰ ਸਮੱਸਿਆ ਆਉਂਦੀ ਹੈ। ਤੁਹਾਡਾ ਪਹਿਲਾਂ ਨਾਮ ਦੱਸਿਓ ਜੀ। ਜਗਸ਼ੀਰ ਸਿੰਘ ਜੀ, ਪਿੰਡ ਲੀਲੋ ਕੋਠੇ ਸੈਣਾ। ਕੀ ਕਹਿਣਾ ਚਾਹੁੰਦੇ ਹੋ? ਇਹ 3 ਸਵਾਲ ਆ ਜੀ ਆਪਣੇ। ਤੇ ਪਹਿਲਾ ਸਵਾਲ ਜੀ ਮੱਕੀ ਤੇ। ਮੱਕੀ ਬੀਜੀ ਹੋਈ ਆ, ਬਹੁਤ ਜ਼ਿਆਦਾ ਬਜਾਉਂਦਾ ਜੀ, ਕਿ ਜਾਣੀ ਛੁੰਡੀ ਨਹੀਂ ਮਰ ਰਹੀ ਜੀ ਮੱਕੀ ਚੋਂ। ਤੇ ਸਰਪੈਹਾਂ ਹਫ਼ਤੇ ਦੇ ਵਿੱਚ ਦੀ 3 ਸਰਪੈਹਾਂ ਕੀਤੀਆਂ ਸੀ ਤੇ ਜਾਣੀ ਛੁੰਡੀ ਨਹੀਂ ਮਰ ਰਹੀ। ਫੈਮ ਦਵਾਈ ਦੇ ਵਿੱਚ ਇੱਕ ਦਵਾਈ ਹੋਰ ਮਿਕਸ ਕਰਕੇ ਫਿਰ ਵੀ ਛਿੜਕੀ ਆ, ਫਿਰ ਵੀ ਨਹੀਂ ਛੁੰਡੀ ਮਰ ਰਹੀ ਜੀ। ਤੇ ਸਭ ਤੋਂ ਵੱਡੀ ਸਮੱਸਿਆ ਆਹੀ ਆ, ਦਵਾਈਆਂ ਮਾੜੀਆਂ ਆਉਂਦੀਆਂ। ਗੌਰਮੈਂਟ ਕਹਿੰਦੀ ਆ ਫਸਲਾਂ ਬੀਜੋ, ਫਸਲ ਬੀਜੀ ਦਾ ਫੇਰ ਹੀ ਫਾਇਦਾ ਜੀ, ਉਹਨੂੰ ਕੁਛ ਜੀ ਫਲ ਲੱਗੂਗਾ, ਤੇ ਉਹਨੂੰ ਫਲ ਪੈਂਦਾ ਨਹੀਂ। ਅਸੀਂ ਦਵਾਈਆਂ ਛਿੜਕੀ ਜਾਂਦੇ ਆ, 1500 ਰੁਪਏ ਦੀ ਦਵਾਈ ਜੀ ਪੈਂਦੀ ਆ। ਕਿ ਦੇਖੋ ਮੱਕੀ ਦੀ ਫਸਲ ਹੈ, ਦਵਾਈਆਂ ਛਿੜਕਾ ਕੀਤੀਆਂ ਪਰ ਸੁੰਡੀ ਨਹੀਂ ਮਰਦੀ। ਮਨ 'ਚ ਇਹਨਾਂ ਦੇ ਇਹੀ ਵਹਿਮ ਹੈ ਕਿ ਦਵਾਈਆਂ ਮਾੜੀਆਂ। ਸਾਡੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਸਾਡੇ ਨਾਲ ਮੌਜੂਦ ਨੇ। ਡਾਕਟਰ ਸਾਹਿਬ, ਕੁਆਲਿਟੀ ਕੰਟਰੋਲ ਸੰਬੰਧੀ ਕੀ ਕਰ ਰਹੇ ਹੋ? ਦੇਖੋ, ਮੇਰੀ ਕਿਸਾਨ ਵੀਰਾਂ ਨੂੰ ਇਹ ਅਪੀਲ ਆ ਕਿ ਸਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਜੋ ਸਿਫਾਰਿਸ਼ ਕੀਤੀਆਂ ਹੋਈਆਂ ਦਵਾਈਆਂ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਆ। ਜਦੋਂ ਅਸੀਂ ਗੈਰ ਸਿਫਾਰਿਸ਼ ਦਵਾਈਆਂ ਦੀ ਵਰਤੋਂ ਕਰ ਲੈਂਦੇ ਹਾਂ ਅਤੇ ਉਹਨਾਂ ਦੇ ਨਾਲ ਜਿਹੜੀ ਹੈਗੀ ਉਹ ਸੁੰਡੀ ਦਾ ਕੰਟਰੋਲ ਨਹੀਂ ਹੁੰਦਾ। ਇਸ ਕਰਕੇ ਮੈਂ ਤਾਂ ਕਿਸਾਨ ਵੀਰਾਂ ਨੂੰ ਇਹੀ ਅਪੀਲ ਕਰਦਾ ਕਿ ਉਹ ਜੇ ਉਹਨਾਂ ਨੂੰ ਨਹੀਂ ਪਤਾ ਲੱਗਦਾ, ਕਿਉਂਕਿ ਸੁੰਡੀ ਵੀ ਕਈ ਤਰ੍ਹਾਂ ਦੀ ਹੁੰਦੀ ਆ, ਉਹ ਸਾਡੇ ਖੇਤੀਬਾੜੀ ਮਾਹਰਾਂ ਦੇ ਨਾਲ ਕੰਟੈਕਟ ਕਰਨ, ਉਹਨਾਂ ਤੋਂ ਪੁੱਛਣਗੇ ਕਿਹੜੀ ਦਵਾਈ ਅਸੀਂ ਵਰਤੀਏ ਔਰ ਕਿੰਨੀ ਵਰਤੀਏ, ਕਦੋਂ ਵਰਤੀਏ। ਕਿਉਂਕਿ ਕਈ ਵਾਰ ਜਿਹੜੀ ਤੁਸੀਂ ਮੱਕੀ ਦੀ ਗੱਲ ਕੀਤੀ ਆ, ਸੁੰਡੀ ਜਿਹੜੀ ਹੈਗੀ ਆ, ਕਈ ਵਾਰ ਜੇ ਗੋਭ ਦੇ ਵਿੱਚ ਜਿਹੜੀ ਦਵਾਈ ਆ ਉਹ ਨਹੀਂ ਪੈਂਦੀ ਤਾਂ ਉਹਦੇ ਨਾਲ ਸੁੰਡੀ ਨਹੀਂ ਮਰਦੀ। ਇਸ ਕਰਕੇ ਜੇ ਤੁਸੀਂ ਐਕਸਪਰਟ ਦੇ ਨਾਲ ਸਲਾਹ ਜਾ ਕੇ ਕਰਦੇ ਆ ਤਾਂ ਉਹ ਸੁੰਡੀ ਦੀ ਜ਼ਰੂਰ ਰੋਕਥਾਮ ਹੋਊਗੀ ਜੇ ਆਪਾਂ ਸਿਫਾਰਿਸ਼ ਕੀਤੀਆਂ ਹੋਈਆਂ ਦਵਾਈਆਂ ਦੀ ਵਰਤੋਂ ਕਰਦੇ ਹਾਂ ਤਾਂ। ਬਿਲਕੁਲ ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡੀ ਗੱਲ ਜਾਇਜ਼ ਆ। ਪਿਛਲੇ 2 ਸਾਲਾਂ ਤੋਂ ਫਾਲ ਆਰਮੀ ਵਾਰਮ ਇੱਕ ਮੈਨੂੰ ਲੱਗਦਾ ਕੀੜਾ ਜਿਹੜਾ ਗੋਭ ਦੇ ਵਿੱਚ ਮੱਕੀ ਦੇ ਲੱਗਦਾ, ਜਿਹਦੇ 'ਤੇ ਕੋਈ ਵੀ ਸੁੰਡੀ ਦੀ ਦਵਾਈ ਹੈ ਜਦੋਂ ਆਪਾਂ ਛਿੜਕਾਅ ਕਰਦੇ ਹਾਂ ਉਹ ਵਿੱਚ ਗੋਭ ਦੇ ਨਹੀਂ ਜਾਂਦੀ, ਕਿਉਂਕਿ ਉਹ ਲੁੱਕ ਕੇ ਸੁੰਡੀ ਗੋਭ ਦੇ ਵਿੱਚ ਬੈਠੀ ਆ ਅਤੇ ਕੰਟਰੋਲ ਨਹੀਂ ਹੁੰਦਾ। ਉੱਥੇ ਮਾਹਰਾਂ ਦੇ ਵੀ ਕਈ ਵਾਰੀ ਹੱਥ ਖੜੇ ਹੋ ਜਾਂਦੇ ਆ, ਫਿਰ ਉਹ ਫਸਲ ਨੂੰ ਹੀ ਵਾਹੁਣਾ ਪੈਂਦਾ ਕਈ ਵਾਰੀ। ਜੇ ਉਹ ਪਹਿਲਾਂ ਤੋਂ ਹੀ ਅਸੀਂ ਧਿਆਨ ਰੱਖੀਏ ਨਾ ਉਸ ਖੇਤ ਦੇ ਵਿੱਚ ਜਿੱਥੇ ਪਹਿਲਾਂ ਮੱਕੀ ਲਾਈ ਹੈ, ਮੈਨੂੰ ਲੱਗਦਾ ਆਪਾਂ ਦੁਬਾਰਾ ਨਾ ਲਾਈਏ। ਜੇ ਅਸੀਂ ਯਾਨੀ ਕਿ ਉਹਨੂੰ ਪ੍ਰੋਪਰਲੀ ਸਹੀ ਤਕਨੀਕ ਦੇ ਨਾਲ ਸਪਰੇਅ ਕਰ ਦਈਏ ਤਾਂ ਉਹਦੀ ਰੋਕਥਾਮ ਹੋ ਜਾਂਦੀ ਹੈ। ਬਿਲਕੁਲ ਜੀ। ਦੇਖੋ ਫਾਰਮਰ ਨੂੰ ਮੈਨੂੰ ਲੱਗਦਾ ਵੀ ਇਹਨਾਂ ਨੂੰ ਸਵਾਲ ਦਾ ਜਵਾਬ ਹੈ ਜਿਹੜਾ ਪ੍ਰੋਪਰ ਮਿਲ ਗਿਆ। ਮੇਰਾ ਨਾਮ ਪਾਲ ਸਿੰਘ, ਪਿੰਡ ਸੰਧੂ ਕਲਾਂ ਜੀ। ਮੈਂ ਨਰਮਾ ਬੀਜਿਆ ਖੇਤੀ ਵਿਭਿੰਨਤਾ ਦੇ ਅਧੀਨ। ਠੀਕ ਹੈ ਜੀ। ਪਰ ਉਹਦੇ ਵਿੱਚ ਜੀ ਉਹਨੂੰ ਚੂਹੇ ਉਹਨੂੰ ਬਹੁਤ ਵੱਢ ਰਹੇ ਹੈ, ਅਤੇ 1 ਨੰਬਰ 2 'ਤੇ ਸਾਨੂੰ ਸਮੱਸਿਆ ਆਉਂਦੀ ਹੈ ਜੰਗਲੀ ਸੂਰਾਂ ਦੀ ਅਤੇ ਰੋਜ਼ਾਂ ਦੀ। ਜਿਹੜੀ ਅਸੀਂ ਕੋਈ ਸਬਜ਼ੀ ਬੀਜਦੇ ਹਾਂ ਉਹਨੂੰ ਤਕਰੀਬਨ ਚੂਹੇ ਅਤੇ ਰੋਜ਼ ਨਹੀਂ ਜੀ ਛੱਡਦੇ। ਸਮੱਸਿਆ ਬਹੁਤ ਹੀ ਜਾਇਜ਼ ਆ ਕਿਸਾਨ ਵੀਰਾਂ ਦੀ, ਕਿਉਂਕਿ ਦੇਖੋ ਜਿੱਥੇ ਨਰਮਾ ਬੀਜਿਆ ਜਾਂ ਅਸੀਂ ਸਿੱਧੀ ਬਿਜਾਈ ਝੋਨੇ ਦੀ ਕਰਾਂਗੇ ਜਾਂ ਕਈ ਵਾਰੀ ਅਸੀਂ ਨਾੜ ਖੜੇ ਦੇ ਵਿੱਚ ਕਣਕ ਦੀ ਬਿਜਾਈ ਕਰਦੇ ਹਾਂ, ਚੂਹੇ ਬਹੁਤ ਕੁਤਰਦੇ ਆ, ਥੱਲੋਂ ਬੀਜ ਵੀ ਕੱਢ ਦਿੰਦੇ ਆ। ਸਮੱਸਿਆ ਹੈਗੀ ਆ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਜਿਸ ਤਰ੍ਹਾਂ ਜੀ ਕਿਸਾਨ ਵੀਰਾਂ ਨੇ ਕਿਹਾ ਕਿ ਚੂਹੇ ਦੀ ਸਮੱਸਿਆ ਜੋ ਆਉਂਦੀ ਆ, ਕਿਉਂਕਿ ਜਦੋਂ ਹੁਣ ਨਰਮੇ ਦੀ ਬਜਾਂਦ ਹੁੰਦੀ ਹੈ ਇਸ ਸਮੇਂ ਅਤੇ ਆਪਣੇ ਆਸ-ਪਾਸ ਕਣਕ ਦੀ ਵਾਢੀ ਹੋ ਚੁੱਕੀ ਹੁੰਦੀ ਹੈ ਅਤੇ ਖੇਤ ਖਾਲੀ ਹੋਣ ਕਰਕੇ ਜੋ ਚੂਹੇ ਨੂੰ ਫਸਲ ਮਿਲਦੀ ਆ ਉਸੇ 'ਤੇ ਹੀ ਹਮਲਾ ਕਰਦਾ। ਅਤੇ ਚੂਹੇ ਤੋਂ ਰੋਕਥਾਮ ਦੇ ਲਈ ਪੰਜਾਬ ਖੇਤੀਬਾੜੀ ਦੀ ਸਿਫਾਰਿਸ਼ ਯੂਨੀਵਰਸਿਟੀ ਦੀ ਸਿਫਾਰਿਸ਼ ਅਨੁਸਾਰ ਜ਼ਿੰਕ ਫੋਸਫਾਈਡ ਜਾਂ ਜ਼ਿੰਕ ਬਰੋਮਾਈਡ ਜੋ ਦਵਾਈ ਆਉਂਦੀ ਹੈ ਮਾਰਕੀਟ ਦੇ ਵਿੱਚ ਮਿਲਦੀ ਹੈ, ਉਹਦਾ ਚੋਗਾ ਬਣਾ ਕੇ ਅਸੀਂ ਵਰਤੋਂ ਕਰ ਸਕਦੇ ਹਾਂ। ਉਹ ਚੋਗਾ ਵਰਤਣ ਵੇਲੇ ਕੁਛ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਜਿਸ ਤਰ੍ਹਾਂ ਕਿ ਚੋਗਾ ਜਿਹੜਾ ਉਹ ਕਿੱਲੇ ਦੇ ਵਿੱਚ 40-50 ਥਾਵਾਂ 'ਤੇ ਘੱਟੋ ਘੱਟ ਰੱਖਣਾ ਚਾਹੀਦਾ।
ਉਦੋਂ ਪਹਿਲਾਂ ਚੋਗਾ ਰੱਖਣ ਤੋਂ ਪਹਿਲਾਂ ਆਪਾਂ ਨੂੰ ਬਿਨਾਂ ਦਵਾਈ ਤੋਂ ਦਾਣੇ ਅਤੇ ਲਾ ਕੇ ਉਹਨਾਂ ਨੂੰ ਗੇਜ ਪਾਉਣ ਦੀ ਜ਼ਰੂਰਤ ਪੈਂਦੀ ਹੈ। ਉਸ ਤੋਂ ਇਲਾਵਾ ਚੂਹਿਆਂ ਦੇ ਜੋ ਮੁਹਿੰਮ ਆ ਉਹਨੂੰ ਚੂਹਿਆਂ ਨੂੰ ਜੋ ਕਾਬੂ ਕਰਨਾ, ਉਹਨੂੰ ਆਪਾਂ ਜੇ ਪਿੰਡ ਪੱਧਰੀ ਮੁਹਿੰਮ ਬਣਾ ਕੇ ਕਾਬੂ ਕਰੀਏ ਤਾਂ ਸਫਲਤਾ ਜ਼ਿਆਦਾ ਮਿਲਦੀ ਹੈ। ਦੇਖੋ ਬਿਲਕੁਲ ਤੁਸੀਂ ਠੀਕ ਕਿਹਾ ਵੀ ਅਸੀਂ ਦਵਾਈ ਨਾਲ ਕੰਟਰੋਲ ਕਰ ਸਕਦੇ ਹਾਂ, ਦਵਾਈ ਵੀ ਤਾਂ ਸਾਨੂੰ ਚਾਹੀਦੀ ਹੈ। ਇਸ ਲਈ ਆਪਾਂ ਪੁੱਛਦੇ ਹਾਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਜੀ ਨੂੰ ਕਿ ਹੁਣ ਮੌਕਾ ਆ ਸਾਨੂੰ ਖੇਤਾਂ ਦੇ ਵਿੱਚ ਇਹ ਮੁਹਿੰਮਾਂ ਚਲਾਉਣ ਦਾ, ਕਿਉਂਕਿ ਕਿਸਾਨ ਵੀਰਾਂ ਨੂੰ ਸਮੱਸਿਆ ਆ ਰਹੀ ਹੈ। ਇੱਕ ਤਾਂ ਇਹਨਾਂ ਨੂੰ ਜੰਗਲੀ ਸੂਰਾਂ ਦੀ ਅਤੇ ਰੋਜ਼ਾਂ ਦੀ ਸਮੱਸਿਆ, ਇਹ ਮੈਨੂੰ ਲੱਗਦਾ ਤੁਸੀਂ ਉੱਚ ਪੱਧਰ 'ਤੇ ਚੱਕੋ। ਮੈਨੂੰ ਲੱਗਦਾ ਵੀ ਉਮੀਦ ਹੈ ਕਿ ਤੁਸੀਂ ਇਹ ਚੱਕਦੇ ਵੀ ਹੋਵੋਗੇ ਪਹਿਲਾਂ ਵੀ ਇਸ ਸਮੱਸਿਆ ਨੂੰ, ਅਤੇ ਇੱਕ ਦਵਾਈ ਦਾ ਪ੍ਰਬੰਧ ਇਹਨਾਂ ਨੂੰ ਕਿਵੇਂ ਕੀਤਾ ਜਾਵੇ? ਹਾਂ ਦਵਾਈ ਦਾ ਜਿਹੜਾ ਹੈਗਾ ਜੀ, ਕੋਈ ਗੱਲ ਨਹੀਂ, ਅਸੀਂ ਜਿਹੜੇ ਸਾਡੇ ਬਲਾਕ ਖੇਤੀਬਾੜੀ ਅਫਸਰ ਹੈਗੇ ਆ, ਬਲਾਕਾਂ ਦੇ ਵਿੱਚ ਜਿਹੜੀ ਦਵਾਈ ਹੈਗੀ ਅਸੀਂ ਉਹ ਭੇਜ ਦੇਵਾਂਗੇ, ਠੀਕ ਹੈ ਜੀ। ਕਿਉਂਕਿ ਜੋ ਗੱਲ ਕੀਤੀ ਆ ਇਹਨਾਂ ਨੇ ਕਿ ਮੁਹਿੰਮ ਦੇ ਤੌਰ 'ਤੇ ਆਪਾਂ ਨੂੰ ਸਾਰਿਆਂ ਨੂੰ ਦਵਾਈ ਵਰਤਣੀ ਪੈਣੀ ਆ। ਜੇ ਇੱਕ ਇਕੱਲਾ ਕਿਸਾਨ ਵਰਤੋਂ ਕਰੂਗਾ ਤਾਂ ਉਹਦੇ ਨਾਲ ਵੀ ਆਪਣੀ ਰੋਕਥਾਮ ਨਹੀਂ ਹੋਣੀ। ਇਸ ਕਰਕੇ ਜਿਹੜੀ ਇਹ ਚੂਹੇ ਮਾਰ ਮੁਹਿੰਮ ਆ ਇਹ ਵੀ ਅਸੀਂ ਜ਼ਰੂਰ ਚਲਾਵਾਂਗੇ ਜੀ। ਇਹ ਕਿਸਾਨ ਵੀਰ ਨੇ ਜਿਨ੍ਹਾਂ ਦੀ ਖੇਤ ਦੇ ਵਿੱਚ ਅੱਜ ਅਸੀਂ ਖੜ੍ਹੇ ਹਾਂ, ਇਹਨਾਂ ਨੇ ਸੰਯੁਕਤ ਪ੍ਰਣਾਲੀ ਜਿਹੜੀ ਆ ਸਿਸਟਮ ਅਪਣਾਇਆ ਹੋਇਆ ਫਸਲੀ ਵਿਭਿੰਨਤਾ ਦੇ ਤਹਿਤ। ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਨੇ, ਪਹਿਲਾਂ ਤੁਸੀਂ ਆਪਣਾ ਨਾਮ ਦੱਸੋ। ਜਗਤਾਰ ਸਿੰਘ ਜੀ, ਪਿੰਡ ਸੈਣਾ। ਜਗਤਾਰ ਸਿੰਘ ਜੀ, ਤੁਸੀਂ ਇੱਥੇ ਅਸੀਂ ਤੁਹਾਡੇ ਖੇਤ ਦੇ ਵਿੱਚ ਦੇਖ ਰਹੇ ਹਾਂ ਬਹੁਤ ਸਾਰੀ ਵੰਨ ਸੁਵੰਨਤਾ ਲਿਆਂਦੀ ਹੋਈ ਆ, ਕੀ ਕੁਛ ਲਾਇਆ ਹੈ? ਆਪਣੇ ਮਿਰਚ ਲਾਈ ਹੋਈ ਆ ਜੀ, ਖੀਰਾ ਲਾਇਆ ਹੋਇਆ ਜੀ, ਮੂੰਗੀ ਆ ਜੀ 1827। ਸੋ 3 ਚੀਜ਼ਾਂ ਇਹਨਾਂ ਨੇ ਲਾਈਆਂ ਨੇ, ਮੂੰਗੀ ਲਾਈ ਆ, ਮਿਰਚਾਂ ਵੀ ਲਾਈਆਂ ਹੋਈਆਂ ਨੇ, ਅਤੇ ਹੋਰ ਵੀ ਸਬਜ਼ੀਆਂ ਲਾਈਆਂ ਹੋਈਆਂ ਨੇ ਇਹਨਾਂ ਨੇ, ਭਾਵੇਂ ਉਹ ਥੋੜ੍ਹੀਆਂ ਲਾਈਆਂ ਪਰ ਕਾਫੀ ਸਬਜ਼ੀਆਂ ਲਾਈਆਂ ਹੋਈਆਂ ਨੇ। ਦੇਖੋ ਬਹੁਤ ਸਾਰੇ ਕਿਸਾਨ ਵੀਰ ਕਹਿੰਦੇ ਆ ਇਹਦੀ ਮਾਰਕੀਟਿੰਗ ਦੀ ਬੜੀ ਸਮੱਸਿਆ, ਅਸੀਂ ਨਹੀਂ ਲਾ ਸਕਦੇ, ਤਾਂ ਪਰ ਤੁਸੀਂ ਕਈ ਸਾਲਾਂ ਤੋਂ ਕਰਦੇ ਹੋ, ਕੀ ਕਹਿਣਾ ਚਾਹੋਗੇ ਇਸ ਬਾਰੇ? ਮਾਰਕੀਟ ਸਮੱਸਿਆ ਤਾਂ ਆਉਂਦੀ ਹੈ ਜ਼ਰੂਰ। ਹਾਂ, ਅਤੇ ਤੁਸੀਂ ਕਿਵੇਂ ਵੇਚਦੇ ਹੋ ਫਿਰ? ਅਸੀਂ ਬਸ ਮੰਡੀ ਲੈ ਜਾਂਦੇ ਜੀ, ਕੁਝ ਘਰਾਂ 'ਚ ਵੇਚ ਦਿੰਦੇ ਹਾਂ ਜੀ। ਅੱਛਾ, ਬਹੁਤੀ ਮਿਹਨਤ ਕਰ ਜਿੰਨੀ ਕਰ ਸਕੀ ਉਨੀ ਮਿਹਨਤ ਕਰਦੇ ਜੀ। ਮਤਲਬ ਕਹਿੰਦਾ ਜੇ ਮਿਹਨਤ ਕਰਦੇ ਆ ਤਾਂ ਪੱਲੇ ਤਾਂ ਪੈਂਦੀ ਹੈ ਨਾ ਕੁਛ ਨਾ ਕੁਛ। ਪੱਲੇ ਮਿਹਨਤ ਕਰਨ ਫੇਰ ਹੀ ਪੱਲੇ ਪੈਂਦਾ ਜੀ। ਕੀ ਕਹਿਣਾ ਚਾਹੋਗੇ ਪੰਜਾਬ ਦੇ ਕਿਸਾਨਾਂ ਨੂੰ? ਸਾਨੂੰ ਇਹ ਕਹਿਣਾ ਵੀ ਸਾਰੇ ਜਿੰਨੇ ਕਿਸਾਨ ਆ ਜੀ ਸਾਰੇ ਕੰਮ 'ਚ ਪੈਣ ਜੀ, ਸਾਰਾ ਸਾਥ ਮਿਲਿਆ ਜੀ ਫੇਰ ਹੀ ਆ ਜੀ। ਜਗਤਾਰ ਸਿੰਘ ਜੀ, ਦੇਖੋ ਤੁਹਾਡੇ ਵਾਂਗ ਜੇ ਸਾਰੇ ਪੰਜਾਬ ਦੇ ਕਿਸਾਨ ਵੀਰ ਥੋੜਾ ਰਕਬਾ ਕਨਾਲਾਂ ਤੋਂ ਸ਼ੁਰੂ ਕਰਨ, ਏਕੜਾਂ ਤੋਂ ਨਹੀਂ, ਕਨਾਲਾਂ ਤੋਂ ਸ਼ੁਰੂ ਕਰਨਾ, 1 ਕਨਾਲ 2 ਕਨਾਲ ਫਸਲੀ ਵਿਭਿੰਨਤਾ ਦੇ ਤਹਿਤ ਲਿਆਉਣਾ, ਤਾਂ ਮੈਨੂੰ ਲੱਗਦਾ ਵੀ ਕ੍ਰਾਂਤੀ ਆ ਸਕਦੀ ਆ। ਸਾਡੇ ਕੁਦਰਤੀ ਸਰੋਤ ਆ ਜਿਹੜੇ ਹਵਾ ਪਾਣੀ ਅਤੇ ਮਿੱਟੀ ਗੰਧਲੇ ਹੁੰਦੇ ਜਾ ਰਹੇ ਆ, ਆਪਾਂ ਇਹਨਾਂ ਨੂੰ ਵੀ ਬਚਾ ਸਕਦੇ ਹਾਂ। ਤੁਸੀਂ ਆਪਣਾ ਨਾਮ ਦੱਸ ਦਿਓ ਪਹਿਲਾਂ। ਸਰ ਸੁਖਦੇਵ ਸਿੰਘ, ਬਸ ਸੈਣਾ ਜੀ। ਮੈਂ ਬਹੁਤ ਜ਼ਿਆਦਾ ਖੇਤੀ ਕਰਦਾ ਜੀ। ਅੱਛਾ, ਆਲੂ ਤੋਂ ਲੈ ਕੇ ਮੂੰਗੀ ਤੋਂ ਲੈ ਕੇ ਟਮਾਟਰ ਤੋਂ ਲੈ ਕੇ ਕਣਕ ਜੀ, ਝੋਨਾ, ਖੀਰਾ, ਹਰ ਇੱਕ ਚੀਜ਼ ਵੇਚਦਾ ਜੀ। ਬਹੁਤ ਵਧੀਆ ਗੱਲ ਆ। ਦੇਖੋ ਤੁਸੀਂ ਇੰਨੀਆਂ ਫਸਲਾਂ ਗਿਣਾਤੀਆਂ, ਸਾਨੂੰ ਉਹਦੇ ਨਾਂ ਭੁੱਲ ਜਾਣੇ ਆ। ਅਤੇ ਕੀ ਫਿਰ ਇਹਦੀ ਫਿਰ ਮਾਰਕੀਟਿੰਗ ਦਾ ਕਿੱਦਾਂ ਕਰਦੇ? ਮਾਰਕੀਟਿੰਗ ਸਰ ਖੁਦ ਕਰਦੇ ਜੀ ਆਪ, ਹਰਿਆਣੇ ਤੱਕ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਜਲੰਧਰ, ਹਰ ਜਗ੍ਹਾ ਜਾਂਦੇ। ਤੁਸੀਂ ਦੇਖੋ ਬਹੁਤ ਦੂਰ ਤੱਕ ਜਾ ਰਹੇ ਹੋ, ਕਿਸੇ ਵਿਭਾਗ ਦੇ ਅਧਿਕਾਰੀ ਨੂੰ ਤੁਸੀਂ ਮਿਲੇ ਹੋ, ਦੱਸਿਆ ਵੀ ਅਸੀਂ ਆਹ ਕੁਛ ਲਾਉਂਦੇ ਹੋ, ਅਤੇ ਤੁਹਾਡੀ ਹੌਸਲਾ ਅਫਜ਼ਾਈ ਕਰਦੇ ਆ? ਹਾਂ ਸਰ, ਕਰਦੇ ਆ ਜੀ। ਪੰਜਾਬ ਦੇ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਸਰ ਪੰਜਾਬ ਦੇ ਕਿਸਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਜ਼ਿਆਦਾ ਤੋਂ ਜ਼ਿਆਦਾ ਫਸਲ ਦਾ ਵਿਭਿੰਨਤਾ ਹੋਣੀ ਜ਼ਰੂਰੀ ਹੈ ਜੀ, ਕਿਉਂਕਿ ਪਾਣੀ ਦਾ ਲੈਵਲ ਬਹੁਤ ਡੂੰਘਾ ਜਾ ਰਿਹਾ, ਅਤੇ ਸਿੱਧੀ ਬਿਜਾਈ ਵੀ ਜ਼ਰੂਰੀ ਹੈ ਜੀ। ਅਤੇ ਬਾਕੀ ਜਿਹੜਾ ਜੀਰੀ ਦਾ ਬੀਜ ਹੈ ਪੂਸ਼ਾ 44 ਤੋਂ ਹਟ ਕੇ ਬਾਸਪਤੀ ਦੀ ਵਰਾਇਟੀਆਂ ਜਾਂ ਆਪਣਾ ਪੰਜਾਬ ਜੁਨੀ ਵਰਾਇਟੀ ਦਾ 126, 122 ਇਹ ਵਰਾਇਟੀਆਂ ਲਾਉਣੀਆਂ ਚਾਹੀਦੀਆਂ ਜਿਹੜੇ ਘੱਟ ਸਮਾਂ ਲੈਂਦੀਆਂ। ਸੋ ਸਾਡੇ ਵਿਚਕਾਰ ਹੋਰ ਵੀ ਖੇਤੀਬਾੜੀ ਮਾਹਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਅੱਗੇ ਆਓ ਜੀ, ਤੁਹਾਡਾ ਨਾਮ ਦੱਸ ਦਿਓ ਅਤੇ ਫਸਲੀ ਵਿਭਿੰਨਤਾ ਲਿਆਉਣ ਲਈ ਕਿਸਾਨ ਵੀਰ ਅੱਗੇ ਕਿਉਂ ਆਉਣ? ਮੇਰਾ ਨਾਮ ਸੁਖਦੀਪ ਸਿੰਘ ਹੈ ਜੀ, ਖੇਤੀਬਾੜੀ ਵਿਕਾਸ ਅਫਸਰ ਭਦੌੜ। ਦੇਖੋ ਇਹ ਗੱਲ ਤਾਂ ਕਿਸੇ ਤੋਂ ਲੁਕੀ ਨਹੀਂ ਹੈਗੀ ਕਿ ਪੰਜਾਬ ਦੇ ਪਾਣੀ ਦਾ ਪੱਧਰ ਬਹੁਤ ਨੀਵਾਂ ਜਾ ਰਿਹਾ ਜੀ, ਜਿਹੜਾ ਕਿ ਇੱਕ ਮੁੱਖ ਕਾਰਨ ਆ ਕਿ ਆਪਾਂ ਨੂੰ ਫਸਲੀ ਵਿਭਿੰਨਤਾ ਵੱਲ ਆਉਣਾ ਹੀ ਚਾਹੀਦਾ ਅਤੇ ਆਉਣਾ ਹੀ ਪਵੇਗਾ। ਅੱਜ ਨਹੀਂ ਤਾਂ ਕੱਲ੍ਹ ਨੂੰ ਆਉਣਾ ਹੀ ਪਵੇਗਾ। ਜੇ ਆਪਾਂ ਅੱਜ ਆਪਣੇ ਰਕਬੇ ਦੇ, ਆਪਣੀ ਜਿੰਨੀ ਮਾਲਕੀਅਤ ਦਾ ਜ਼ਮੀਨ ਦੀ, ਉਹਦੇ 10% ਤੋਂ ਵੀ ਸ਼ੁਰੂ ਕਰਦੇ ਹਾਂ ਤਾਂ ਘੱਟ ਤੋਂ ਘੱਟ ਕਣਕ ਝੋਨੇ ਦੇ ਚੱਕਰ ਤੋਂ ਨਿਕਲ ਕੇ ਆਪਾਂ ਨੂੰ ਦੂਜੀਆਂ ਫਸਲਾਂ ਦਾ ਤਜਰਬਾ ਹੋ ਜਾਊਗਾ, ਕਿਉਂਕਿ ਆਉਣਾ ਤਾਂ ਪੈਣਾ ਹੀ ਹੈ, ਕਿਉਂਕਿ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਨੀਵਾਂ ਜਾ ਰਿਹਾ। ਇਸ ਲਈ ਖੇਤੀਬਾੜੀ ਵਿਭਾਗ, ਅਸੀਂ ਕਿਸਾਨਾਂ ਦੀ ਮਦਦ ਲਈ ਹਰ ਵਕਤ ਦਿਨ ਰਾਤ ਤਿਆਰ ਹਾਂ। ਜਦੋਂ ਵੀ ਸਾਨੂੰ ਫੋਨ ਕਰਨ, ਜਦੋਂ ਵੀ ਸਾਨੂੰ ਬੁਲਾਉਣ, ਅਸੀਂ ਜਾਣ ਲਈ ਤਿਆਰ ਹਾਂ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਜੀ ਨੂੰ ਪੁੱਛਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਇਸ ਫਸਲੀ ਵਿਭਿੰਨਤਾ ਦੇ ਲਈ ਕਰਨਗੇ ਕਿਸਾਨ ਵੀਰਾਂ ਦੇ ਲਈ? ਦੇਖੋ ਜੋ ਗੱਲ ਕੀਤੀ ਹੈ ਕਿ ਫਸਲੀ ਵਿਭਿੰਨਤਾ ਜਿਹੜੀ ਹੈਗੀ ਉਹ ਸਮੇਂ ਦੀ ਲੋੜ ਆ, ਕਿਉਂਕਿ ਜੇ ਇੱਕੋ ਹੀ ਫਸਲੀ ਵਿਭਿੰਨਤਾ ਹੁੰਦੀ ਆ, ਕਣਕ ਅਤੇ ਝੋਨੇ ਦੀ ਫਸਲੀ ਵਿਭਿੰਨਤਾ ਹੁੰਦੀ ਆ, ਉਹਦੇ ਨਾਲ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਵੀ ਵਾਧਾ ਹੁੰਦਾ।
ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈਗੀ ਆ। ਇਸ ਕਰਕੇ ਜੇ ਅਸੀਂ ਜਿਹੜੇ ਕੀੜੇ ਮਕੌੜਿਆਂ ਦੀ ਗਿਣਤੀ ਘਟਾਉਣੀ ਆ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣਾ ਹੈਗਾ ਤੇ ਉਹਦੇ ਲਈ ਸਾਨੂੰ ਜਿਹੜੀ ਫਸਲੀ ਵਿਭਿੰਨਤਾ ਹੈਗੀ ਆ ਉਹਦੀ ਬਹੁਤ ਜ਼ਿਆਦਾ ਲੋੜ ਆ। ਅਸੀਂ ਇਹਦੇ ਲਈ ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਨੂੰ ਜਿਹੜਾ ਮੂੰਗੀ ਦਾ ਸੀਡ ਆ ਉਹ ਵੀ ਸਬਸਿਡੀ 'ਤੇ ਦਿੱਤਾ। ਜੰਤਰ ਦਾ ਸੀਡ ਜਿਹੜਾ ਹੈਗਾ ਉਹ ਵੀ ਸਬਸਿਡੀ 'ਤੇ ਦਿੱਤਾ, ਕਿਉਂਕਿ ਜਿਹੜਾ ਜੰਤਰ ਆ ਤੇ ਜਾਂ ਮੂੰਗੀ ਆ ਇਹਦੀਆਂ ਜੜ੍ਹਾਂ ਦੇ ਵਿੱਚ ਗੰਢਾਂ ਹੁੰਦੀਆਂ ਜਿਹੜੀਆਂ ਹਵਾ ਦੇ ਵਿੱਚੋਂ ਨਾਈਟ੍ਰੋਜਨ ਲੈ ਕੇ ਸਾਡੀ ਜ਼ਮੀਨ ਦੇ ਵਿੱਚ ਫਿਕਸ ਕਰਦੀਆਂ ਰਹਿੰਦੀਆਂ, ਜਿਹਦੇ ਨਾਲ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਹੈਗੀ ਆ ਉਹ ਵੱਧਦੀ ਆ। ਅਸੀਂ ਚੌਹਾਨ ਸਾਹਿਬ ਇਹਦੇ ਲਈ ਵਿਲੇਜ ਪੱਧਰ 'ਤੇ, ਬਲਾਕ ਪੱਧਰ 'ਤੇ ਔਰ ਜ਼ਿਲ੍ਹਾ ਪੱਧਰ 'ਤੇ ਵੀ ਸਿਖਲਾਈ ਕੈਂਪ ਲਗਾ ਰਹੇ ਹਾਂ ਔਰ ਸਾਨੂੰ ਕਿਸਾਨਾਂ ਵੱਲੋਂ ਫਸਲੀ ਵਿਭਿੰਨਤਾ ਲਈ ਹੁੰਗਾਰਾ ਵੀ ਮਿਲ ਰਿਹਾ। ਸੋ ਇੱਕ ਹੋਰ ਨੌਜਵਾਨ ਕਿਸਾਨ ਵੀਰ ਮੇਰੇ ਕੋਲ ਖੜੇ ਨੇ, ਇਹਨਾਂ ਨੂੰ ਪੁੱਛਦੇ ਹਾਂ ਕੀ ਸਮੱਸਿਆ ਆ ਰਹੀ ਆ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਜੀ ਲਖਵਿੰਦਰ ਸਿੰਘ ਜੀ, ਪਿੰਡ ਸੈਣਾ ਜੀ। ਆਪਾਂ ਜੀ ਝੋਨੇ ਦੀ ਫਸਲ ਤੋਂ ਲੈ ਕੇ ਲਾਵਾ ਖੇਤੀ ਕਰੀ ਸੀ, ਨਰਮਾ 1 ਏਕੜ ਨਰਮਾ ਲਾਇਆ ਜੀ। ਉਹਦੇ ਵਾਸਤੇ ਜੀ ਇਦੋਂ ਪਹਿਲਾਂ ਵਾਲੇ ਸਾਲ ਪ੍ਰੋਬਲਮ ਆਈ ਆ ਗੁਲਾਬੀ ਸੁੰਡੀ ਦੀ ਬਹੁਤ ਜ਼ਿਆਦਾ ਜੀ। ਉਹਦੇ ਕਾਰਨ ਵੀ ਮੰਨ ਕੇ ਚੱਲ ਕਿਸਾਨਾਂ ਨੇ ਜਮੀ ਨੱਕ ਮੁੜ ਗਿਆ ਜੀ। ਅਸੀਂ ਉਹਦੇ ਕਾਰਨ 1 ਕਿੱਲਾ ਲਾਇਆ ਨਰਮੇ ਦਾ ਵੀ, ਉਹਦੇ ਵਿੱਚ ਗੁਲਾਬੀ ਸੁੰਡੀ ਦਾ ਰੋਕਥਾਮ ਲਈ ਕੋਈ ਮਾੜਾ ਮੋਟਾ ਉਪਯੋਗ। ਬਿਲਕੁਲ, ਮੈਂ ਗੱਲ ਤੁਹਾਡੀ ਸਮਝ ਗਿਆ। ਡਰਦੇ ਹੋ ਵੀ ਐਤਕੀ ਉਹਨੂੰ ਵੀ ਨਾ ਪੈ ਜਾਵੇ ਜਿਹੜਾ ਇੱਕ ਖੇਤ ਲਾਇਆ ਜੀ। ਹਾਂਜੀ, ਤੁਸੀਂ ਜਵਾਬ ਦਿਓ ਜੀ। ਹਾਂਜੀ, ਜਿਸ ਤਰ੍ਹਾਂ ਕਿਸਾਨ ਵੀਰ ਨੇ ਸਵਾਲ ਕੀਤਾ ਗੁਲਾਬੀ ਸੁੰਡੀ ਦਾ, ਉਹ ਆਪਣੇ ਹਲਕੇ ਦੇ ਸਮੁੱਚੇ ਕਿਸਾਨਾਂ ਦੇ ਵਿੱਚ ਡਰ ਜ਼ਰੂਰ ਹੈ ਗੁਲਾਬੀ ਸੁੰਡੀ ਦਾ, ਪਰੰਤੂ ਨਾਲ ਇਹ ਵੀ ਹੈ ਕਿਉਂਕਿ ਤੁਸੀਂ ਦੇਖਿਆ ਉਹ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਨਰਮੇ ਦੀ ਕੀਮਤ ਬਹੁਤ ਹੈ ਤੇ ਇਸ ਕਰਕੇ ਜੇ ਆਪਾਂ ਉਹਨੂੰ ਚੰਗੀ ਤਰ੍ਹਾਂ ਸੰਭਾਲ ਕਰਾਂਗੇ ਤੇ ਨਰਮੇ ਤੋਂ ਮੁਨਾਫਾ ਵਧੀਆ ਲੈ ਸਕਦੇ ਹਾਂ। ਤੇ ਜਿਹੜੀ ਗੱਲ ਹੈ ਗੁਲਾਬੀ ਸੁੰਡੀ ਦੀ, ਗੁਲਾਬੀ ਸੁੰਡੀ ਨੂੰ ਕੰਟਰੋਲ ਕਰਨ ਵਾਸਤੇ ਇਹਦਾ ਇੱਕ ਬਹੁਤ ਵਧੀਆ ਇਹਦਾ ਜੀਵਨ ਚੱਕਰ ਹੈ ਜੋ ਗੁਲਾਬੀ ਸੁੰਡੀ ਦਾ, ਉਹ ਸਮਝਣ ਦੀ ਜ਼ਰੂਰਤ ਹੈ। ਇਹਦੇ ਵਿੱਚ ਜਿਸ ਤਰ੍ਹਾਂ ਬਾਕੀ ਸੁੰਡੀਆਂ, ਬਾਕੀ ਫਸਲਾਂ ਦੀਆਂ ਬਹੁਤ ਸੁੰਡੀਆਂ ਕਿਸਾਨ ਵੀਰਾਂ ਨੇ ਦੇਖੀਆਂ ਹੋਣਗੀਆਂ, ਉਹ ਇੱਕ ਫਸਲ ਤੋਂ ਲੈ ਕੇ ਕਈ ਫਸਲਾਂ ਨੂੰ ਪੈਂਦੀਆਂ, ਪਰ ਜਿਹੜੀ ਨਰਮੇ ਦੀ ਗੁਲਾਬੀ ਸੁੰਡੀ ਹੈ ਇਹ ਖਾਸ ਤੌਰ ਤੇ ਇਕੱਲੇ ਨਰਮੇ ਨੂੰ ਪੈਂਦੀ ਹੈ ਤੇ ਇਹਦੀ ਜਿਹੜੀ ਇਹੀ ਆਦਤ ਆ, ਇਹਨੂੰ ਧਿਆਨ 'ਚ ਰੱਖ ਕੇ ਆਪਾਂ ਇਹਨੂੰ ਕਾਬੂ ਕਰ ਸਕਦੇ ਹਾਂ। ਉਹ ਕਿਸ ਤਰ੍ਹਾਂ ਕਰ ਸਕਦੇ ਹਾਂ ਕਿ ਜਿਸ ਤਰ੍ਹਾਂ ਹੁਣ ਨਰਮੇ ਦੀ ਬਜਾਂਦ ਹੋਈ ਹੈ, ਨਰਮੇ ਦੀ ਸੁੰਡੀ ਦਾ ਹਮਲਾ, ਗੁਲਾਬੀ ਸੁੰਡੀ ਦਾ ਹਮਲਾ 45 ਕੁ ਦਿਨਾਂ ਦੇ ਆਸ-ਪਾਸ ਜਦੋਂ ਨਰਮੇ ਦੀ ਫਸਲ ਹੋ ਜਾਂਦੀ ਹੈ, ਉਦੋਂ ਗੁਲਾਬੀ ਸੁੰਡੀ ਇਹਦੇ ਫੁੱਲਾਂ ਦੇ ਵਿੱਚ ਆਪਣੇ ਅੰਡੇ ਦਿੰਦੀ ਹੈ। ਉਦੋਂ ਆਪਾਂ ਨਿਗਰਾਨੀ ਰੱਖੀਏ। ਅਗਰ ਗੁਲਾਬੀ ਸੁੰਡੀ ਦਾ ਹਮਲਾ ਹੋਏਗਾ ਤਾਂ ਜੋ ਫੁੱਲ ਨੇ ਖਿੜੇ ਹੋਏ ਉਹ ਭਮੀਰੀਆ ਵਾਂਗੂ ਬੰਦ ਹੋ ਜਾਂਦੇ ਨੇ। ਉਦੋਂ ਉਹਨੂੰ ਜਦੋਂ ਸਵੇਰ ਦੇ 7-8 ਵਜੇ ਆਪਾਂ ਅਗਰ ਖੇਤ ਦਾ ਗੇੜਾ ਮਾਰੀਏ, ਉਸ ਤਰ੍ਹਾਂ ਦੇ ਬੰਦ ਹੋਏ ਫੁੱਲ ਦਿੰਦੇ ਨੇ। ਉਹਨਾਂ ਨੂੰ ਖੋਲ੍ਹ ਕੇ ਅਗਰ ਆਪਾਂ ਧਿਆਨ ਨਾਲ ਦੇਖਦੇ ਹਾਂ ਤਾਂ ਆਪਾਂ ਨੂੰ ਉੱਥੇ ਸੁੰਡੀ ਦਿਖਦੀ ਹੈ। ਅਗਰ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਤਾਂ ਆਪਾਂ ਯੂਨੀਵਰਸਿਟੀ ਵੱਲੋਂ ਅਤੇ ਖੇਤੀਬਾੜੀ ਮਹਿਕਮੇ ਵੱਲੋਂ ਸਿਫਾਰਸ਼ ਕੀਤੀਆਂ ਹੋਈਆਂ ਦਵਾਈਆਂ ਦੀ ਵਰਤੋਂ ਕਰ ਸਕਦੇ ਹਾਂ। ਪਹਿਲਾਂ ਮੈਨੂੰ ਲੱਗਦਾ ਵੀ ਇਹਨਾਂ ਨੂੰ ਜੇ ਇਹੋ ਜਿਹੀ ਸਮੱਸਿਆ ਆਉਂਦੀ ਹੈ ਤੁਹਾਨੂੰ, ਤਾਂ ਤੁਸੀਂ ਆਪਣੇ ਮਹਿਕਮੇ ਦੇ ਅਧਿਕਾਰੀਆਂ ਨੂੰ ਆਪਣੇ ਖੇਤ ਲੈ ਆਓ, ਹੈ ਨਾ। ਸੋ ਉਹ ਤੁਹਾਨੂੰ ਉੱਥੇ ਆ ਕੇ ਦੱਸਣਗੇ ਕਿ ਕਿਹੜੀ ਦਵਾਈ ਕਦੋਂ ਸਪਰੇਅ ਕਰਨੀ ਆ ਤੇ ਕੀ ਉਹ ਹਮਲਾ ਗੁਲਾਬੀ ਸੁੰਡੀ ਦਾ ਹੀ ਆ, ਕਿਸੇ ਹੋਰ ਸੁੰਡੀ ਦਾ ਤਾਂ ਨਹੀਂ ਆ। ਇਸ ਲਈ ਤੁਸੀਂ ਉਹਨਾਂ ਦੇ ਨਾਲ ਰਾਬਤਾ ਜ਼ਰੂਰ ਰੱਖਣਾ। ਹਾਂਜੀ, ਹੋਰ ਸਵਾਲ ਕਿਹਨੇ ਕਰਨਾ ਜੀ? ਨਾਮ ਜਗਰਾਜ ਸਿੰਘ ਜੀ। ਜੁਗਰਾਜ ਸਿੰਘ, ਕੀ ਪੁੱਛਣਾ? ਮੈਂ ਜੀ ਮੱਕੀ ਦੀ ਖੇਤੀ ਕਰ ਰਿਹਾ 5 ਕਿੱਲਿਆਂ ਦੀ। ਮੱਕੀ 'ਚ ਵੀ ਫਸਲੀ ਚੱਕਰ ਦਾ ਕਰਕੇ ਵੀ ਆਪਾਂ ਚੌਲਾਂ ਤੋਂ ਵੀ ਪਛੇਤਾ ਬੀਜ ਲਾ ਲਾਂਗੇ ਜੀ। ਵੀ ਮੈਂ 5 ਕਿੱਲੇ ਮੱਕੀ ਦੇ ਬੀਜਿਆ ਜੀ, ਉਹ 'ਤੇ ਮੈਂ ਯਾਨੀ ਕਿ ਹਫ਼ਤੇ 'ਚ 3 ਵਾਰੀ ਸਪਰੇਹਾਂ ਕਰ ਦਿੰਦਾ ਗਾ ਜੀ। ਉਹਦੇ ਵਿੱਚ ਗੋਹ ਵਾਲੀ ਜਿਹੜੀ ਸੁੰਡੀ ਹੈਗੀ ਜੀ ਉਹ ਨਹੀਂ ਮਰ ਰਹੀ ਜੀ। ਸਾਰੇ ਭਾਂਤੀਆਂ ਸਪਰੇਹਾਂ ਕਰਤੀਆਂ ਜੀ। ਜਿਸ ਤਰ੍ਹਾਂ ਕਹਿੰਦੇ ਗੋਭ 'ਚ ਪਾਣੀ ਪੈਣਾ ਚਾਹੀਦਾ, 1 ਕਿੱਲੇ 'ਚ 17 ਢੋਲੀਆਂ ਪਾਣੀ ਦੀਆਂ ਪਾ ਕੇ ਸਾਡੀ ਸਪਰੇਅ ਕਰੀ ਵੀ ਹੈਗੀ ਜੀ। ਤੇ ਜਿਹੜੀ ਸੁੰਡੀ ਆ ਗਈ ਯਾਨੀ ਕਿ ਉਹ ਹਲੇ ਵੀ ਬਹੁਤ ਮਰ ਤਾਂ ਗਈ, ਯਾਨੀ ਕਿ ਵਿੱਚ ਵੀ ਬਹੁਤ ਨਜਾਇਜ਼ ਜ਼ਿਆਦਾ ਹਲੇ ਵੀ ਫਿਰ ਰਹੀ ਆ। ਐਂ ਸੀਗਾ ਵੀ ਪਸ਼ੂਆਂ ਦਾ ਆਪਣਾ ਬਿਜ਼ਨਸ ਚਲਾਇਆ ਸੀਗਾ ਵੀ ਖੇਤੀ ਤੋਂ ਵੀ ਚੌਲਾਂ ਨਾਲ ਪਛੇਤਾ ਵੀ ਲੱਗ ਜੂਗਾ, ਸਮਾਂ ਘੱਟ ਲਊਗਾ, ਤੇ ਉਹ ਹੁਣ ਥੋੜਾ ਸੁੰਡੀ ਦਾ ਹਮਲਾ ਸੀਗਾ ਜੀ, ਉਸ ਕਰਕੇ। ਬਿਲਕੁਲ, ਮੈਂ ਤੁਹਾਡੀ ਗੱਲ ਸਮਝ ਗਿਆ ਜੀ। ਉਹੀ ਕੀੜਾ ਫਾਲ ਆਰਮੀ ਵਾਰਮੀ ਮੈਨੂੰ ਲੱਗਦਾ ਜਿਹੜਾ ਸਾਰੇ ਪੰਜਾਬ ਦੇ ਵਿੱਚ ਮੱਕੀ ਦੀ ਫਸਲ ਬੀਜਣ ਵਾਲੇ ਕਿਸਾਨ ਵੀਰਾਂ ਨੂੰ ਤੰਗ ਕਰ ਰਿਹਾ ਜੀ। ਹਾਂਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਜੀ, ਸਭ ਤੋਂ ਵੱਧ ਇਸ ਵਾਰ ਵੈਸੇ ਮੱਕੀ ਦੀ ਫਸਲ ਦੇ ਉੱਤੇ ਅਸੀਂ 3 ਤਰੀਕੇ ਦਾ ਕੀੜਾ ਅਬਜ਼ਰਵ ਕੀਤਾ ਹੈ। ਇੱਕ ਤਾਂ ਜੋ ਆਮ ਤੌਰ 'ਤੇ ਗੋਭ ਦੀ ਸੁੰਡੀ ਹੁੰਦੀ ਹੈ, ਉਹਦਾ ਵੈਸੇ ਹਮਲਾ ਬਹੁਤ ਘੱਟ ਹੈ। ਸਭ ਤੋਂ ਵੱਧ ਜੋ ਹਮਲਾ ਹੈ ਉਹ ਫਾਲ ਆਰਮੀ ਵਰਮ ਦਾ ਹੈ। ਤੇ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਕੀੜਾ ਹੈ ਜੋ ਆਪਣੇ ਹੁਣ ਕਿਉਂ ਪੈਣ ਲੱਗਿਆ, ਕਿਉਂਕਿ 2017 ਤੋਂ ਲੈ ਕੇ ਇਹ ਕੀੜਾ ਹੈ ਜੋ ਅਮਰੀਕਨ ਸੁੰਡੀ ਦੀ ਇੱਕ ਕਿਸਮ ਹੈ। ਉੱਥੋਂ ਇਹ ਚੱਲਦਾ ਸਾਰੇ ਮੁਲਕਾਂ ਦੇ ਵਿੱਚ ਫੈਲਦਾ। 2017 ਦੇ ਵਿੱਚ ਇਹਦਾ ਹਮਲਾ ਭਾਰਤ ਦੇ ਵਿੱਚ ਹੋਇਆ। ਇਹਦੀ ਜਿਸ ਤਰ੍ਹਾਂ ਸਮੱਸਿਆ ਕਿਸਾਨ ਵੀਰਾਂ ਨੂੰ ਆਉਂਦੀ ਹੈ ਮਰਨ ਦੀ, ਉਹ ਇਸੇ ਕਰਕੇ ਆ ਕਿਉਂਕਿ ਇਹਦੀ ਆਬਾਦੀ ਬਹੁਤ ਹੁੰਦੀ ਹੈ। ਇਹ 1500 ਦੇ ਲਗਭਗ ਇੱਕ ਸੁੰਡੀ ਆਂਡੇ ਦਿੰਦੀ ਹੈ, ਇਸ ਕਰਕੇ ਇਹਦਾ ਵਧਾਂਤ ਬਹੁਤ ਹੁੰਦਾ। ਇਹਨੂੰ ਅਗਰ ਕਾਬੂ ਕਰਨਾ, ਜਿਸ ਤਰ੍ਹਾਂ ਚੀਫ ਸਾਹਿਬ ਨੇ ਪਹਿਲਾਂ ਦੱਸਿਆ ਕਿ ਇਹਦੀ ਸਪਰੇਅ ਦੀ ਟੈਕਨੋਲੋਜੀ 'ਤੇ ਬਹੁਤ ਮਾਇਨੇ ਰੱਖਦਾ। ਉਸ ਤੋਂ ਬਾਅਦ ਅਗਰ ਕਿਸਾਨ ਵੀਰਾਂ ਨੂੰ
ਦਵਾਈਆਂ ਦੀ ਕੁਆਲਿਟੀ ਬਾਰੇ ਅਗਰ ਸ਼ੰਕਾ ਹੁੰਦਾ ਹੈ ਤਾਂ ਵੈਸੇ ਵੀ ਅਸੀਂ ਪਹਿਲਾਂ ਵੀ ਬੇਨਤੀ ਕਰਦੇ ਹਾਂ ਤੇ ਹੁਣ ਵੀ ਤੁਹਾਡੇ ਮਾਧਿਅਮ ਰਾਹੀਂ ਸਮੂਹ ਪੰਜਾਬ ਦੇ ਕਿਸਾਨ ਵੀਰਾਂ ਨੂੰ ਅਪੀਲ ਕਰਾਂਗੇ, ਉਹ ਕੋਈ ਵੀ ਖੇਤੀਬਾੜੀ ਦੀ ਇਨਪੁਟ ਜੋ ਲੈਂਦੇ ਨੇ, ਚਾਹੇ ਉਹ ਬੀਜ ਲੈਂਦੇ ਨੇ, ਚਾਹੇ ਉਹ ਖਾਦ ਲੈਂਦੇ ਨੇ, ਚਾਹੇ ਉਹ ਦਵਾਈ ਲੈਂਦੇ ਨੇ, ਉਹ ਪੱਕੇ ਤਸਦੀਕਸ਼ੁਦਾ ਜਗ੍ਹਾ ਤੋਂ ਲੈਣ ਅਤੇ ਉੱਥੋਂ ਪੱਕਾ ਬਿੱਲ ਖਰੀਦਣਾ ਆਪਣੀ ਜ਼ਿੰਮੇਵਾਰੀ ਸਮਝਣ। ਦੁਕਾਨਦਾਰ ਦੀ ਜ਼ਿੰਮੇਵਾਰੀ ਹੈ, ਚਾਹੇ ਉਹ ਨਹੀਂ ਵੀ ਦਿੰਦਾ ਤਾਂ ਉਹ ਆਪਣੀ ਜ਼ਿੰਮੇਵਾਰੀ ਸਮਝਣ ਕਿ ਉਹ ਪੱਕਾ ਬਿੱਲ ਲੈਣ। ਅਗਰ ਕੋਈ ਦੁਕਾਨਦਾਰ ਪੱਕਾ ਬਿੱਲ ਨਹੀਂ ਦਿੰਦਾ ਤਾਂ ਉਹਦੀ ਤੁਰੰਤ ਸ਼ਿਕਾਇਤ ਆਪਣੇ ਬਲਾਕ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਵਿੱਚ ਕਰਨ। ਸੋ ਹੋਰ ਸਵਾਲ ਜੀ, ਆ ਜਾਓ ਤੁਸੀਂ, ਆ ਜਾਓ ਅੱਗੇ। ਗੁਰਦੀਪ ਸਿੰਘ ਜੀ, ਨਾਮ ਨੀਲੋਂ ਕੋਠੇ, ਪਿੰਡ ਸੈਣਾ ਜੀ। ਅੱਛਾ ਜੀ। ਆਪਣਾ ਜੀ ਸਿੱਧੀ ਬਿਜਾਈ ਅਸੀਂ ਕਰੀ ਸੀ ਝੋਨੇ ਦੀ 2-3 ਸਾਲ ਪਹਿਲਾਂ, ਉਹਦੇ 'ਚ ਕੱਖ ਹੋ ਗਈ ਜੀ, 2 ਵਾਰੀ ਸਪਰੇਅ ਕਰੀ, ਠੀਕ ਹੈ, 2-3 ਵਾਰੀ, ਤੇ ਫਿਰ ਉਹ ਵਾਹੁਣਾ ਪਿਆ ਮਤਲਬ ਕੱਖਾਂ ਦੀ ਮਾਰ 'ਚ ਆ ਗਈ। ਸਿੱਧੀ ਬਿਜਾਈ ਕਰ ਰਹੇ ਆ ਕਿਸਾਨ ਵੀਰ, ਨਦੀਨਾਂ ਦੀ ਸਮੱਸਿਆ। ਮੈਂ ਤਾਂ ਕਿਸਾਨਾਂ ਨੂੰ ਇਹੀ ਅਪੀਲ ਕਰਦਾ ਵੀ ਜਿਹੜੇ ਵੀ ਕਿਸਾਨ ਨੇ ਵੀ ਸਿੱਧੀ ਬਿਜਾਈ ਕਰਨੀ ਹੈ, ਸਭ ਤੋਂ ਪਹਿਲਾਂ ਤਾਂ ਉਹਦਾ ਵਾਹਣ ਜਿਹੜਾ ਉਹ ਰੇਤਲਾ ਨਹੀਂ ਹੋਣਾ ਚਾਹੀਦਾ, ਡਾਕਰ ਵਾਹਣ ਹੋਣਾ ਚਾਹੀਦਾ, ਕਿਉਂਕਿ ਰੇਤਲੇ ਵਾਹਣ ਦੇ ਵਿੱਚ ਜਿਹੜੀ ਹੈਗੀ ਹੈ ਲੋਹੇ ਦੀ ਘਾਟ ਆ ਜਾਂਦੀ ਹੈਗੀ। ਅਤੇ ਕੰਪਿਊਟਰ ਕਰਾ ਲੱਗਿਆ ਹੋਣਾ ਚਾਹੀਦਾ। ਜਦੋਂ ਵੀ ਉਹ 72 ਦੇ ਵਿੱਚ ਕਰਦੇ, ਚਾਹੇ ਸੁੱਕੇ ਦੇ ਵਿੱਚ ਕਰਦੇ ਹੈਗੇ, 72 ਦੇ ਵਿੱਚ ਕਰਦੇ ਤਾਂ ਪਹਿਲਾਂ ਪਾਣੀ ਲਾ ਕੇ ਉਹ ਚੰਗੀ ਤਰ੍ਹਾਂ ਪਾਣੀ ਲਾਉਣਾ ਚਾਹੀਦਾ। ਅਤੇ ਉਸ ਤੋਂ ਬਾਅਦ ਜਦੋਂ 72 ਹੋ ਜਾਂਦੀ ਹੈ ਜ਼ਮੀਨ, ਤਾਂ ਅਸੀਂ ਮਤਲਬ 8 ਕਿਲੋ ਜਿਹੜੀ ਹੈਗੀ ਹੈ ਝੋਨੇ ਦੇ ਬੀਜ ਦੀ ਆਪਾਂ ਰਿਕਮੈਂਡੇਸ਼ਨ ਕਰਦੇ ਹਾਂ। ਅਤੇ ਬੀਜਣ ਤੋਂ ਬਾਅਦ ਝੋਨਾ ਸਿੱਧਾ ਡਰਲ ਨਾਲ ਬੀਜਣ ਤੋਂ ਬਾਅਦ ਤੁਰੰਤ ਸ਼ਾਮ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਟੰਪ ਦੀ ਉਹ ਜ਼ਰੂਰ ਸਪਰੇਅ ਕਰ ਦੇਣ 24 ਘੰਟੇ ਦੇ ਵਿੱਚ, ਤਾਂ ਜੋ ਕਿ ਨਦੀਨਾਂ ਦੀ ਸਮੱਸਿਆ ਨਾ ਆਵੇ। ਅਤੇ ਉਸ ਤੋਂ ਬਾਅਦ ਅਸੀਂ ਜਿਹੜਾ ਹੈ 21 ਦਿਨਾਂ 'ਤੇ ਜੇ ਕੋਈ ਨਦੀਨ ਰਹਿ ਵੀ ਜਾਂਦਾ ਜਾਂ ਹੋਰ, ਅਤੇ 21 ਦਿਨਾਂ 'ਤੇ ਜੋ ਮਤਲਬ ਹੈਗੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਨਦੀਨਾਸ਼ਕ ਦਵਾਈਆਂ ਹੈਗੀਆਂ, ਉਹਨਾਂ ਜਿਵੇਂ ਕਿ ਨੋਮਨੀ ਗੋਲਡ ਆ, ਹੋਰ ਦਵਾਈਆਂ, ਉਹਨਾਂ ਦੀ ਸਾਨੂੰ ਅਸੀਂ ਸਪਰੇਅ ਕਰਨੀ ਚਾਹੀਦੀ ਹੈ, ਜਿਸ ਕਰਕੇ ਜਿਹੜਾ ਨਦੀਨਾਂ ਦੀ ਸਮੱਸਿਆ ਨਹੀਂ ਰਹਿੰਦੀ ਇਹਨਾਂ ਨਾਲ। ਇੱਕ ਹੋਰ ਸਵਾਲ ਲੈ ਕੇ ਕਿਸਾਨ ਵੀਰ ਦੁਬਾਰਾ ਮੇਰੇ ਕੋਲ ਆਏ ਨੇ। ਤੁਹਾਡਾ ਨਾਮ? ਸਰ ਸੁਖਦੇਵ ਸਿੰਘ ਜੀ, ਵਾਸੀ ਸੈਣਾ। ਸਰ ਮੇਰਾ ਸਵਾਲ, ਮੈਂ ਆਲੂ ਦੀ ਖੇਤੀ ਜ਼ਿਆਦਾ ਕਰਦਾ ਜੀ। ਜਦੋਂ ਆਲੂ ਤੋਂ ਬਾਅਦ ਮੂੰਗੀ ਬੀਜਦੇ ਹਾਂ ਜੀ, ਉਹ 'ਤੇ ਸਟੌਂਪ ਦੀ ਸਪਰੇਅ ਕਰਦੇ ਹਾਂ। ਸਟੌਂਪ ਨਾਲ ਮੂੰਗੀ ਸੁੱਕਦੀ ਬਹੁਤ ਆ ਜੀ, ਅਤੇ ਉਹ ਤੋਂ ਬਾਅਦ ਮੈਂ ਆਪ ਕਿਸਾਨਾਂ ਦੇ ਤਜਰਬੇ ਤੋਂ ਪਤਾ ਲੱਗਿਆ ਕਿ ਸਟੌਂਪ ਬੰਦ ਕਰੋ ਜੀ, ਮੂੰਗੀ ਤੁਹਾਡੀ ਕੋਈ ਨਹੀਂ ਸੁੱਕਦੀ। ਕੀ ਕਹਿਣਾ ਆ ਸਾਡੇ ਖੇਤੀਬਾੜੀ ਵਿਕਾਸ ਅਫਸਰ ਦਾ ਜੀ? ਹਾਂਜੀ, ਜਿਹੜਾ ਇਹਨਾਂ ਨੇ ਸਵਾਲ ਕੀਤਾ ਸਟੌਂਪ ਦਵਾਈ ਬਾਰੇ, ਪਹਿਲਾਂ ਤਾਂ ਮੈਂ ਦੱਸ ਦੇਵਾਂ ਕਿ ਜਿਹੜੀ ਸਟੌਂਪ ਦਵਾਈ ਆ ਉਹ ਕੰਮ ਕਿਵੇਂ ਕਰਦੀ ਆ। ਜਦੋਂ ਆਪਣੇ ਸੀਡ ਦੇ ਉੱਤੇ ਸਟੌਂਪ ਦਵਾਈ ਪੈਂਦੀ ਆ, ਉਹਦੀ ਜਦੋਂ ਜਰਮੀਨੇਸ਼ਨ ਹੁੰਦੀ ਆ, ਸੈੱਲ ਡਿਵੀਜ਼ਨ ਹੁੰਦੀ ਆ, ਉਹ ਸੈੱਲ ਡਿਵੀਜ਼ਨ ਨੂੰ ਹਾਲਟ ਕਰਦੀ ਆ, ਰੋਕਦੀ ਆ ਸੈੱਲ ਡਿਵੀਜ਼ਨ ਨੂੰ। ਹੁਣ ਤਾਂ ਹੀ ਆਪਾਂ ਕਹਿੰਦੇ ਆ ਕਿ ਸਟੌਂਪ ਦੀ ਦਵਾਈ ਗਿੱਲੇ ਦੇ ਵਿੱਚ ਕਰੋ, ਕਿ ਜਦੋਂ ਹੀ ਸੀਡ ਜਰਮੀਨੇਸ਼ਨ ਹੋਣ ਲੱਗੂਗਾ ਵੀਡ ਦਾ ਸੀਡ, ਅਤੇ ਉਦੋਂ ਹੀ ਉਹਦੀ ਗਰੋਥ ਰੁਕ ਜੂਗੀ ਅਤੇ ਸੀਡ ਨੇ ਖਤਮ ਹੋ ਜਾਣਾ। ਜੇ ਆਪਾਂ ਗੱਲ ਕਰੀਏ ਕਿ ਮੂੰਗੀ 'ਤੇ ਕਿਵੇਂ ਇਫੈਕਟ ਪਾਉਂਦੀ ਆ, ਪਹਿਲੀ ਗੱਲ ਤਾਂ ਇਹ ਹੈ ਕਿ ਸਟੌਂਪ ਦੀ ਜਿਹੜੀ ਰਿਕਮੈਂਡੇਸ਼ਨ ਆ ਉਹ 1 ਲੀਟਰ ਪਰ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਹੈਗੀ। ਮੈਨੂੰ ਇਹ ਨਹੀਂ ਪਤਾ ਕਿ ਕਿਸਾਨ ਵੀਰ ਇਹ ਰਿਕਮੈਂਡੇਸ਼ਨ ਨੂੰ ਫੋਲੋ ਕਰਦੇ ਆ, ਜੇ ਨਹੀਂ ਕਰਦੇ ਤਾਂ ਇਹ ਰਿਕਮੈਂਡੇਸ਼ਨ ਨੂੰ ਫੋਲੋ ਕਰਨਾ ਚਾਹੀਦਾ। ਸੋ ਅੱਜ ਦਾ ਜਿਹੜਾ ਫੀਲਡ ਸਕੂਲ ਸੀ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਮੈਂ ਧੰਨਵਾਦ ਕਰਦਾ ਸਾਡੇ ਖੇਤੀਬਾੜੀ ਵਿਭਾਗ ਦੇ ਮਾਹਰਾਂ ਦਾ, ਸਾਡੇ ਜ਼ਿਲ੍ਹੇ ਦੇ ਇਸ ਬਰਨਾਲੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਬਲਬੀਰ ਚੰਦ ਜੀ ਦਾ, ਅਤੇ ਨਾਲ ਹੀ ਜਿਹੜੇ ਪਿੰਡ ਦੇ ਮੋਹਤਵਰ ਕਿਸਾਨ ਵੀਰ, ਸੂਝਵਾਨ ਕਿਸਾਨ ਵੀਰ, ਚੰਗੀ ਖੇਤੀ ਕਰਨ ਵਾਲੇ ਕਿਸਾਨ ਵੀਰ ਇਸ ਫੀਲਡ ਸਕੂਲ ਦੇ ਵਿੱਚ ਹਰ ਹਫ਼ਤੇ ਭਾਗ ਲੈਂਦੇ ਆ, ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ। ਸਾਡਾ ਇਹ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ।